ਹਾਂਜੀ, ਘਰ ਦਾ ਪਿਆਰ ਲੇਖ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਲੇਖਕ ਬਾਰੇ ਪੜ੍ਹਾਂਗੇ। ਇਹ ਲੇਖ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਲਿਖਿਆ ਹੋਇਆ। ਸੋ ਪਹਿਲਾਂ ਆਪਾਂ ਲੇਖਕ ਬਾਰੇ ਪੜ੍ਹਾਂਗੇ। ਇਸ ਤੋਂ ਅੱਗੇ ਆਪਾਂ ਅਗਲੇ ਪਾਠ ਦੇ ਵਿੱਚ ਸਾਰ ਪੜ੍ਹਾਂਗੇ। ਸੋ ਪ੍ਰਸ਼ਨ ਨੰਬਰ 1, ਪ੍ਰਿੰਸੀਪਲ ਤੇਜਾ ਸਿੰਘ ਦੀ ਜੀਵਨੀ 'ਤੇ ਦੱਸੋ ਕਿ ਪੰਜਾਬੀ ਵਾਰਤਕ ਸਾਹਿਤ ਨੂੰ ਉਸਦੀ ਕੀ ਦੇਣ ਹੈ, ਜਾਂ ਪ੍ਰਿੰਸੀਪਲ ਤੇਜਾ ਸਿੰਘ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਦੱਸੋ ਕਿ ਪੰਜਾਬੀ ਨਿਬੰਧ ਸਾਹਿਤ ਵਿੱਚ ਉਸਦਾ ਯੋਗਦਾਨ ਕੀ ਹੈ। ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ 2 ਜੂਨ 1894 ਈਸਵੀ ਵਿੱਚ ਰਾਵਲਪਿੰਡੀ ਦੇ ਇੱਕ ਪਿੰਡ ਅਡਿਆਲੇ ਵਿੱਚ ਹੋਇਆ। ਆਪ ਨੇ MA ਤੱਕ ਵਿੱਦਿਆ ਪ੍ਰਾਪਤ ਕੀਤੀ। ਆਪ ਨੇ ਕਈ ਕਾਲਜਾਂ ਵਿੱਚ ਪ੍ਰੋਫੈਸਰੀ ਕੀਤੀ ਅਤੇ ਕਈਆਂ ਵਿੱਚੋਂ ਪ੍ਰਿੰਸੀਪਲ ਰਹੇ। ਆਪ ਨੂੰ ਧਰਮ, ਸਾਹਿਤ ਅਤੇ ਇਤਿਹਾਸ ਪੜ੍ਹਨ ਦਾ ਸ਼ੌਕ ਸੀ। ਸਿੱਖ ਧਰਮ ਅਤੇ ਪੰਜਾਬੀ ਬੋਲੀ ਦੇ ਆਪ ਉੱਘੇ ਵਿਦਵਾਨ ਸਨ। ਆਪ ਦੀ ਸਾਹਿਤ ਸੇਵਾ ਨੂੰ ਮੁੱਖ ਰੱਖਦਿਆਂ ਭਾਸ਼ਾ ਵਿਭਾਗ ਪਟਿਆਲਾ ਨੇ ਆਪ ਨੂੰ ਅਭਿਨੰਦਨ ਗ੍ਰੰਥ ਭੇਟ ਕੀਤਾ। 1958 ਵਿੱਚ ਆਪ ਚਲਾਣਾ ਕਰ ਗਏ। ਸਾਹਿਤ ਰਚਨਾ, ਨਵੀਆਂ ਸੋਚਾਂ, ਚੋਣਵੀਂ ਪੰਜਾਬੀ ਕਵਿਤਾ, ਸਾਹਿਤ ਦਰਸ਼ਨ, ਸ਼ਬਦਾਂ ਤੱਕ, ਲਗਾਮਾਤਰਾ, ਜਪਜੀ ਤੇ ਆਸਾ, ਦੀਵਾਰ ਦੇ ਟੀਕੇ, ਪੰਜਾਬੀ ਕਿਵੇਂ ਲਿਖੀਏ, ਆਰਸੀ, ਸਵੈ ਜੀਵਨੀ, ਸਿਮਰਤੀਆਂ, ਕਹਾਣੀਆਂ ਅਤੇ ਅੰਗਰੇਜ਼ੀ ਪੰਜਾਬੀ ਡਿਕਸ਼ਨਰੀ। ਲਿਖਣ ਦਾ ਢੰਗ, ਸ਼ੈਲੀ। ਤੇਜਾ ਸਿੰਘ ਕੋਈ ਵੱਡਾ ਚਿੰਤਕ ਨਹੀਂ ਸੀ, ਸਗੋਂ ਉਸਦੇ ਵਿਚਾਰ ਅਤੀ ਸਧਾਰਨ ਸਨ। ਇਸੇ ਕਰਕੇ ਉਹ ਵਧੇਰੇ ਸਪਸ਼ਟ ਹੈ। ਤੇਜਾ ਸਿੰਘ ਦਾ ਪ੍ਰਗਟਾਓ ਅਤੀ ਸਰਲ ਹੈ। ਉਸਨੇ ਕਿਧਰੇ ਵੀ ਗੁਰਬਖਸ਼ ਸਿੰਘ ਵਾਂਗ ਬੇਲੋੜੇ ਅਲੰਕਾਰ ਨਹੀਂ ਵਰਤੇ ਅਤੇ ਨਾ ਹੀ ਅਜਿਹੇ ਸ਼ਬਦ ਵਰਤੇ ਹਨ ਜਿਨ੍ਹਾਂ ਨੂੰ ਸਮਝਣ ਲਈ ਕੋਸ਼ ਦਾ ਸਹਾਰਾ ਲੈਣਾ ਪਵੇ। ਤੇਜਾ ਸਿੰਘ ਦੀ ਲਿਖਤ ਵਿੱਚ ਵਾਧੂ ਗੱਲਾਂ ਨਹੀਂ ਵਾੜੀਆਂ ਹੁੰਦੀਆਂ ਜਿਨ੍ਹਾਂ ਦਾ ਅਸਲ ਵਿਸ਼ੇ ਨਾਲ ਕੋਈ ਵਾਸਤਾ ਨਾ ਹੋਵੇ। ਸ਼ਹਿਰ ਦਾ ਨਲਕਾ ਲੇਖ ਵਿੱਚ ਸਰਲਤਾ ਦਾ ਗੁਣ ਭਾਰੀ ਮਾਤਰਾ ਵਿੱਚ ਹੈ। ਘੱਟ ਤੋਂ ਘੱਟ ਬੁੱਧੀ ਦਾ ਪਾਠਕ ਵੀ ਪੜ੍ਹ ਕੇ ਪੂਰਾ ਸਵਾਦ ਮਾਣ ਸਕਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਐਡੇ ਵੱਡੇ ਵਿਦਵਾਨ ਲੇਖਕ ਦੀ ਲੇਖਣੀ ਵਿੱਚ ਇੰਨੀ ਸਰਲਤਾ ਕਿਵੇਂ ਆ ਗਈ। ਗੁਰਬਾਣੀ ਨੂੰ ਤੇਜਾ ਸਿੰਘ ਬੜੇ ਸੁੰਦਰ ਤਰੀਕੇ ਨਾਲ ਸਮਝਾਉਂਦਾ ਹੈ। ਉਸਨੇ ਗੁਰਬਾਣੀ ਦੇ ਅਰਥ ਬੜੇ ਸਪਸ਼ਟ ਸ਼ਬਦਾਂ, ਦ੍ਰਿਸ਼ਟਾਂਤਾਂ ਅਤੇ ਅਲੰਕਾਰਾਂ ਨਾਲ ਸਮਝਾਏ ਹਨ। ਪ੍ਰਿੰਸੀਪਲ ਤੇਜਾ ਸਿੰਘ ਆਪਣੀ ਵਾਰਤਕ ਨੂੰ ਹੋਰ ਸਪਸ਼ਟ ਕਰਨ ਲਈ ਉਸ ਦੀ ਪ੍ਰੋੜਤਾ ਕਰਨ ਲਈ ਲੋੜ ਅਨੁਸਾਰ ਉਦਾਹਰਨਾਂ ਵੀ ਵਰਤ ਲੈਂਦਾ ਹੈ। ਇਹ ਗੁਣ ਘਰ ਦਾ ਪਿਆਰ ਲੇਖ ਵਿੱਚ ਬਹੁਤ ਹੈ। ਘਰ ਦੇ ਪਿਆਰ ਦਾ ਸਾਡੀ ਜ਼ਿੰਦਗੀ ਵਿੱਚ ਅਟੁੱਟ ਪ੍ਰਭਾਵ ਦਰਸਾਉਣ ਲਈ ਆਪ ਨੇ ਗੁਰੂ ਨਾਨਕ, ਹਜ਼ਰਤ ਮੁਹੰਮਦ, ਕਾਰਲਾਈਲ ਆਦਿ ਦੀਆਂ ਉਦਾਹਰਨਾਂ ਦਿੱਤੀਆਂ ਹਨ। ਇਸੇ ਤਰ੍ਹਾਂ ਹੀ ਸਾਊਪੁਣਾ ਲੇਖ ਵਿੱਚ ਨਿਮਰਤਾ ਦਾ ਗੁਣ ਦੱਸਣ ਲਈ ਗੁਰੂ ਨਾਨਕ, ਨਿਊਟਨ ਅਤੇ ਸ਼ੇਖ ਸਾਦੀ ਦੀਆਂ ਮਿਸਾਲਾਂ ਦਿੱਤੀਆਂ ਹਨ। ਬੋਲੀ ਦੇ ਪੱਖ ਤੋਂ ਦੇਖਿਆ ਪਤਾ ਲੱਗਦਾ ਹੈ ਕਿ ਆਪ ਦੀ ਬੋਲੀ ਬੜੀ ਸਪਸ਼ਟ, ਠੇਠ ਅਤੇ ਕੇਂਦਰੀ ਹੈ। ਆਪ ਪੋਠੋਹਾਰੀ ਦੇ ਜੰਮਪਲ ਸਨ, ਪਰ ਪੋਠੋਹਾਰੀ ਦੇ ਸ਼ਬਦਾਂ ਦਾ ਪ੍ਰਯੋਗ ਨਹੀਂ ਕਰਦੇ। ਤੇਜਾ ਸਿੰਘ ਦੇ ਲੇਖਾਂ ਦੀ ਬੋਲੀ ਵਿੱਚ ਜੇ ਕਿਤੇ ਉਰਦੂ, ਫਾਰਸੀ ਜਾਂ ਅੰਗਰੇਜ਼ੀ ਦਾ ਸ਼ਬਦ ਆਏ ਵੀ ਤਾਂ ਅਜਿਹੇ ਹਨ ਜੋ ਪੰਜਾਬੀ ਬੋਲੀ ਵਿੱਚ ਰਚੇ ਮਿਚੇ ਹਨ ਅਤੇ ਸਾਡੀ ਸਮਝ ਤੋਂ ਬਾਹਰ ਨਹੀਂ ਹਨ। ਉਪਬੋਲੀਆਂ ਦਾ ਪ੍ਰਭਾਵ ਵੀ ਤੇਜਾ ਸਿੰਘ ਦੀ ਰਚਨਾ ਵਿੱਚ ਘੱਟ ਹੈ। ਇੱਕ ਗਦ ਲੇਖ ਦੇ ਰੂਪ ਵਿੱਚ ਤੇਜਾ ਸਿੰਘ ਦੇ 2 ਗੁਣ ਹਨ, ਇੱਕ ਵਿਚਾਰਾਂ ਦੀ ਸਾਦਗੀ ਅਤੇ ਦੂਜਾ ਬੋਲੀ ਦੀ ਸਾਦਗੀ। ਹਰ ਉੱਚੇ ਲੇਖਕ ਦਾ ਗਿਆਨ ਵਿਸ਼ਾਲ ਹੁੰਦਾ ਹੈ। ਜਿੰਨਾ ਚਿਰ ਲੇਖਕ ਦੀ ਆਮ ਵਾਕਫੀਅਤ ਬਹੁਤੀ ਨਾ ਹੋਵੇ, ਉਸਦੀ ਲਿਖਤ ਤੋਂ ਸੰਪੂਰਨਤਾ ਦਾ ਪ੍ਰਭਾਵ ਨਹੀਂ ਪੈ ਸਕਦਾ। ਇੱਕ ਵਿਚਾਰ ਨੂੰ ਪ੍ਰਗਟ ਕਰਨ ਲਈ ਕਈ ਪੱਖਾਂ ਦੀ ਵਾਕਫੀਅਤ ਲੋੜੀਂਦੀ ਹੈ। ਪ੍ਰਿੰਸੀਪਲ ਤੇਜਾ ਸਿੰਘ ਦੀ ਵਾਕਫੀਅਤ ਬੜੀ ਵਿਸ਼ਾਲ ਹੈ ਅਤੇ ਉਹ ਇਸ ਪੱਖ ਤੋਂ ਇੱਕ ਸਫਲ ਲੇਖਕ ਹੈ। ਆਪ ਦੇ ਲੇਖ ਸਦਾ ਹੀ ਜਾਣਕਾਰੀ ਵਿੱਚ ਵਾਧਾ ਕਰਨ ਵਾਲੇ ਹੁੰਦੇ ਹਨ। ਗੁਸਲਖਾਨਾ ਲੇਖ ਵਿੱਚ ਰੋਮ, ਮਿਸਰ, ਸਪੇਨ, ਈਰਾਨ ਅਤੇ ਹਿੰਦੁਸਤਾਨ ਦੀ ਸੱਭਿਅਤਾ ਵਿੱਚ ਗੁਸਲਖਾਨਿਆਂ ਦੇ ਰਿਵਾਜ ਅਤੇ ਸਥਾਨ, ਇਹਨਾਂ ਦੀ ਮਹਾਨਤਾ ਦੱਸੀ ਗਈ ਹੈ। ਤੇਜਾ ਸਿੰਘ ਦਾ ਲੇਖ ਪੰਜਾਬੀ ਵਿੱਚ ਕਾਫੀ ਉਹਨਾਂ ਦੀ ਵਿਸ਼ਾਲ ਵਾਕਫੀਅਤ ਦੀ ਇੱਕ ਹੋਰ ਮਿਸਾਲ ਹੈ। ਬਹੁਤੇ ਲੇਖਾਂ ਵਿੱਚ ਵਰਣਨ ਉੱਤਮ ਵਿੱਚ ਹੈ। ਉਹਨਾਂ ਵਿੱਚ ਚਾਰਲਸ ਲੈਂਬ ਦੇ ਅਸਰ ਕਾਰਨ ਸਰਲਤਾ ਅਤੇ ਸਪਸ਼ਟਤਾ ਹੈ। ਲੈਂਬ ਵੀ ਉੱਤਮ ਪੁਰਖ ਵਿੱਚ ਹੀ ਲਿਖਦਾ ਸੀ।
ਉਸ ਵਾਂਗ ਹੀ ਤੇਜਾ ਸਿੰਘ ਆਪਣੇ ਜੀਵਨ ਦੀਆਂ ਨੀਵੀਆਂ ਅਤੇ ਨਿੱਘੀਆਂ ਯਾਦਾਂ ਆਪਣੇ ਨਿਬੰਧਾਂ ਵਿੱਚ ਦੇ ਜਾਂਦਾ ਹੈ। ਵਿਚਾਰਾਂ ਦੀ ਨਿਆਂਏ ਲੜੀ ਤੇਜਾ ਸਿੰਘ ਦਾ ਮੀਰੀ ਗੁਣ ਹੈ। ਤੇਜਾ ਸਿੰਘ ਦੇ ਲੇਖ ਇੱਕ ਪੱਕੇ ਹੋਏ ਲੇਖਕ ਦੀ ਕਿਰਤ ਹਨ। ਇਸੇ ਕਰਕੇ ਤੇਜਾ ਸਿੰਘ ਦੇ ਲੇਖਾਂ ਵਿੱਚ ਬਣਤਰ ਸੋਝ ਹੈ। ਉਹਨਾਂ ਵਿੱਚ ਇੱਕ ਲੈਅ ਉੱਠਦੀ ਹੈ। ਇੱਕ ਗੁਣ ਹੋਰ ਇਹ ਹੈ ਕਿ ਉਸਦੇ ਲੇਖ ਪੜ੍ਹਦਾ ਪਾਠਕ ਅੱਕਦਾ ਨਹੀਂ। ਉਹਨਾਂ ਵਿੱਚ ਹੋਰ ਪਾਸਿਆਂ ਦਾ ਗਿਆਨ ਕਾਫੀ ਹੁੰਦਾ ਹੈ। ਬੋਲੀ ਮਿੱਠੀ ਹੈ। ਘਰੋਗੀ ਨਿੱਜੀ ਛੋਹ ਨਾਲ ਉਸਦੀ ਵਾਰਤਕ ਹੋਰ ਸਵਾਦਲੀ ਬਣ ਜਾਂਦੀ ਹੈ। ਤੇਜਾ ਸਿੰਘ ਆਪਣੀ ਲਿਖਤਾਂ ਦੀ ਉਸਾਰੀ ਇੱਕ ਸੁਚੱਜੇ ਕਲਾਕਾਰ ਵਾਂਗ ਕਰਦਾ ਹੈ। ਉਸਦੇ ਬਹੁਤੇ ਲੇਖਾਂ ਦਾ ਆਰੰਭ ਕਿਸੇ ਪਰਿਭਾਸ਼ਾ ਨਾਲ ਹੁੰਦਾ ਹੈ। ਰੌਚਕਤਾ ਵੀ ਪਹਿਲੇ ਵਾਕ ਤੋਂ ਹੀ ਆਰੰਭ ਹੋ ਜਾਂਦੀ ਹੈ। ਇਸ ਤੋਂ ਬਾਅਦ ਲੜੀਵਾਰ ਖਿਆਲ ਉਸਾਰ ਕੇ ਸੁੰਦਰ ਢੰਗ ਨਾਲ ਅੰਤ ਕੀਤਾ ਜਾਂਦਾ ਹੈ। ਤੇਜਾ ਸਿੰਘ ਇੱਕ ਇਮਾਰਤਕਾਰ ਵਾਂਗ ਲੜੀਵਾਰ ਗੁੰਦਵੀ ਰਚਨਾ ਕਰਦਾ ਹੈ। ਡਾਕਟਰ ਰੋਸ਼ਨ ਲਾਲ ਆਹੂਜਾ ਦੇ ਕਹਿਣ ਅਨੁਸਾਰ ਸਾਊਪਣਾ ਲੇਖ ਦੀ ਬਣਤਰ ਅਤੀ ਸੁੰਦਰ ਹੈ। ਇਸ ਵਿੱਚ ਸਾਊਪਣੇ ਦਾ ਜੋ ਪਹਿਲਾ ਭਾਵ ਲਿਆ ਜਾਂਦਾ ਹੈ ਪਹਿਲੇ ਦੱਸਿਆ ਹੈ, ਫਿਰ ਅੱਜ ਕੱਲ੍ਹ ਦੇ ਸਮੇਂ ਅਨੁਸਾਰ ਅੰਤ ਵਿੱਚ ਅਸਲੀ ਭਾਵ ਪ੍ਰਗਟ ਕੀਤਾ ਹੈ। ਜ਼ਰੂਰੀ ਹਦਾਇਤਾਂ ਦੇ ਕੇ ਲੇਖ ਦਾ ਸੁਭਾਵਕ ਹੀ ਅੰਤ ਕਰ ਦਿੱਤਾ ਹੈ। ਹਰਨਾਮ ਸਿੰਘ ਸ਼ਾਨ ਮੁਤਾਬਕ ਉਹਨਾਂ ਦੇ ਸੱਭਿਆਚਾਰਾਂ ਦਾ ਮੇਲ ਲੇਖ ਦੀ ਬਣਤਰ ਅਤੀ ਸੁੰਦਰ ਹੈ। ਇਸ ਪ੍ਰਕਾਰ ਤੇਜਾ ਸਿੰਘ ਪੰਜਾਬੀ ਵਾਰਤਕ ਦੇ ਉਸਰਈਆਂ ਵਿੱਚ ਉੱਚਾ ਦਰਜਾ ਰੱਖਦੇ ਹਨ ਅਤੇ ਉਹ ਵਿਲੱਖਣ ਵਾਰਤਕ ਸ਼ੈਲੀ ਦੇ ਮਾਲਕ ਸਨ। ਹਾਂਜੀ, ਅਗਲੇ ਭਾਗ ਦੇ ਵਿੱਚ ਆਪਾਂ ਇਸ ਨਿਬੰਧ ਦਾ ਸਾਰ ਪੜ੍ਹਾਂਗੇ।